ਕੰਮ ਚਾਹੇ ਘਰ ਦਾ ਹੋਵੇ ਜਾਂ ਦਫ਼ਤਰ ਦਾ ਹੋਵੇ, ਇੱਕ ਔਰਤ ਜਦੋਂ ਉਸ ਕੰਮ ਨੂੰ ਕਰਨ ਦੇ ਲਈ ਇੱਕ ਜਜ਼ਬਾ ਬਣਾ ਲੈਂਦੀ ਆ, ਜਦੋਂ ਉਹ ਸੋਚ ਲੈਂਦੀ ਹੈ ਕਿ ਮੈਂ ਇਹ ਕੰਮ ਕਰਨਾ ਹੀ ਹੈ, ਤਾਂ ਉਸ ਕੰਮ ਦੇ ਵਿੱਚ ਉਹ ਆਪਣੀ ਰੂਹ ਫੂਕ ਦਿੰਦੀ ਹੈ ਤੇ ਉਸ ਰੂਹ ਫੂਕਣ ਦੇ ਨਾਲ ਉਹ ਕੰਮ ਦਾ ਵੀ ਪੂਰੇ ਦਾ ਪੂਰੀ ਜਿਹੜੀ ਸ਼ਕਲ ਉਹ ਬਦਲ ਜਾਂਦੀ ਹੈ ਤੇ ਉਸ ਔਰਤ ਦੀ ਜ਼ਿੰਦਗੀ ਦੀ ਸ਼ਕਲ ਵੀ ਬਦਲ ਜਾਂਦੀ ਹੈ। ਜ਼ਿੰਦਗੀ ਜੋ ਇੱਕ ਆਮ ਸਧਾਰਨ ਟਰੈਕ ਦੇ ਉੱਤੇ ਚੱਲ ਰਹੀ ਹੁੰਦੀ ਹੈ, ਉਹ ਕੰਮ ਦੇ ਵਿੱਚ ਰੂਹ ਫੂਕਣ ਦੇ ਨਾਲ ਉਹ ਪੂਰੇ ਦਾ ਪੂਰਾ ਕੰਮ ਅਤੇ ਉਸ ਔਰਤ ਦੀ ਜ਼ਿੰਦਗੀ ਜਿਹੜੀ ਆ ਇੱਕ ਅਗਲੇ ਮੁਕਾਮ ਤੇ ਪਹੁੰਚ ਜਾਂਦੀ ਹੈ। ਅੱਜ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਹੈ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਜਲੰਧਰ ਦੀ ਇਹ ਕਹਾਣੀ ਹੈ, ਜਲੰਧਰ ਦੇ ਮਨਿੰਦਰ ਕੌਰ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਸਧਾਰਨ ਜੀ ਜ਼ਿੰਦਗੀ ਤੋਂ ਫਿਰ ਉੱਤੇ ਚੱਕਿਆ। ਕਿਵੇਂ ਚੱਕਿਆ, ਇਹ ਪੂਰੀ ਕਹਾਣੀ ਜਿਹੜੀ ਹੈ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। +2 ਵਜੇ ਮੈਂ ਕੀਤੀ ਸੀਗੀ, ਨਾਲ ਹੀ ਮੇਰੀ ਮੈਰਿਜ ਹੋ ਗਈ। ਇਹ ਕਿਸੇ ਨਾਲ ਜਾ ਰਹੇ ਸੀ ਬਾਈਕ ਤੇ, ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ। ਫਿਰ ਡਾਕਟਰ ਨੇ ਮਨਾ ਕੀਤਾ ਸੀ, ਕਹਿੰਦੇ ਵੀ ਇਹਨਾਂ ਨੂੰ 2-3 ਸਾਲ ਬੈੱਡ ਤੋਂ ਹੀ ਨਾ ਉੱਠਣ, ਮਤਲਬ ਪੈਰ ਤੇ ਭਾਰ ਨਾ ਪਾਉਣ। ਅਸੀਂ ਡਿਪੈਂਡ ਮੇਰੇ ਤੇ ਹੀ ਹੋ ਗਿਆ ਵੀ ਹੁਣ ਕੀ ਕੀਤਾ ਜਾਵੇ। ਬੱਚੇ ਮੇਰੇ ਬਹੁਤ ਛੋਟੇ ਸੀਗੇ। ਹਸਬੈਂਡ ਦੇ ਇੱਕ ਫਰੈਂਡ ਆ, ਉਹਨਾਂ ਨੇ ਸਾਨੂੰ ਗੱਡੀ ਦਿੱਤੀ, ਕਹਿੰਦੇ ਮੇਰੇ ਗੱਡੀ ਤੁਸੀਂ ਲੈ ਲਓ ਵੀ ਸਾਡੇ ਮੇਰੇ ਕੋਲ ਤਾਂ ਐਵੇਂ ਹੀ ਖੜੀ ਆ। ਗੈਰੇਜ ਵਿੱਚੋਂ ਅਸੀਂ ਕੁਛ ਨਾ ਕੁਛ ਉਹਦਾ ਠੀਕ ਕਰਾ ਕੇ ਗੱਡੀ ਲੈ ਆਏ। 1 ਮਹੀਨਾ ਜਦ ਸਾਡੀ ਗੱਡੀ ਚੱਲੀ ਵਧੀਆ, ਠੀਕ ਸਾਰਾ ਕੁਝ ਚੱਲਦਾ ਰਿਹਾ। ਉਹਦੇ ਬਾਅਦ ਫਿਰ ਉਹਨਾਂ ਨੂੰ ਵੀ ਲੱਗਿਆ ਵੀ ਸ਼ਾਇਦ ਇਹ ਤਾਂ ਇਨਕਮ ਸੋਰਸ ਬਣ ਗਿਆ ਇਹਨਾਂ ਦਾ। ਉਹਨਾਂ ਨੇ ਆਪਣੀ ਗੱਡੀ ਵਾਪਸ ਲੈ ਲਈ। ਫਿਰ ਅਸੀਂ ਆਟੋ ਲੈ ਲਿਆ ਰੈਂਟ ਤੇ, 300 ਰੁਪਇਆ ਦਾ ਆਟੋ ਰੈਂਟ ਦੇ ਉੱਤੇ ਲੈ ਕੇ ਫਿਰ ਅਸੀਂ ਇੱਕ ਹਫ਼ਤਾ ਤਕਰੀਬਨ ਉਹਦੇ ਤੇ ਆਏ। ਫਿਰ ਇੱਥੇ ਸਰਦਾਰ ਜੀ ਇੱਥੇ ਸੀਗੇ, ਪਹਿਲਾਂ ਖਾਣਾ ਖਾ ਕੇ ਗਏ ਆ। ਉਹ ਕਹਿੰਦੇ ਵੀ ਤੁਸੀਂ ਇੰਨਾ ਕੁਛ ਕਰਦੇ ਹੈਗੇ ਆ, ਕੋਈ ਗੱਲ ਨਹੀਂ, ਵੈਸੇ ਤੁਹਾਨੂੰ ਅਸੀਂ ਇੰਟਰਸਟ ਤੇ ਲੈ ਦਿੰਦੇ ਆ। ਕਹਿੰਦੇ ਜੇ ਨਹੀਂ ਦੇ ਹੋਗਾ ਇੰਟਰਸਟ ਵੀ ਮੈਂ ਭਰ ਦਿਆ ਕਰੂੰਗਾ। ਤੇ ਉਹਨਾਂ ਨੇ ਸਾਨੂੰ 40-50 ਹਜ਼ਾਰ ਰੁਪਇਆ ਦਿੱਤਾ। ਹੁਣ ਅਸੀਂ ਇਹ ਗੱਡੀ ਆਪਣੀ ਲੈ ਲਈ। ਅਸੀਂ ਆਪਣਾ ਢਾਬਾ ਖੋਲ੍ਹਣਾ ਚਾਹੁੰਦੀ ਹਾਂ, ਜਿੱਦਾਂ ਆਪਣਾ ਮੇਰਾ ਹੋਵੇ ਢਾਬਾ, ਉੱਪਰ ਮੇਰਾ ਨਾਂ ਲਿਖਿਆ ਹੋਵੇ, ਮਨਿੰਦਰ ਦਾ ਢਾਬਾ ਲਿਖਿਆ ਹੋਵੇ। ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜਗਬਾਣੀ ਤੇ ਤੁਹਾਡਾ। ਤਾਂ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਮਨਿੰਦਰ ਜੀ ਦੀ ਜ਼ਿੰਦਗੀ ਬਾਰੇ ਦੱਸਾਂਗੇ। ਮਨਿੰਦਰ ਜੀ ਕੌਣ ਨੇ, ਕਿਹੜਾ ਕੰਮ ਕਰ ਰਹੇ ਨੇ ਜਿਸ ਦੇ ਨਾਲ ਉਹ ਇੱਕ ਵੱਖਰੀ ਪਹਿਚਾਣ ਦੁਨੀਆ ਦੇ ਉੱਤੇ ਆਪਣੀ ਬਣਾ ਰਹੇ ਨੇ। ਤਾਂ ਮਨਿੰਦਰ ਜੀ, ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੂੰਗੀ ਕਿ ਤੁਸੀਂ ਘਰ ਦੀ ਰਸੋਈ ਤੋਂ ਨਿਕਲ ਕੇ ਇੱਕ ਸੜਕ ਦੇ ਉੱਤੇ ਪਹੁੰਚੇ ਹੋ ਤੇ ਉੱਥੇ ਆਪਣਾ ਢਾਬਾ ਸ਼ੁਰੂ ਕੀਤਾ, ਔਰ ਉਹ ਢਾਬਾ ਜਿਹੜਾ ਇੱਕ ਕਾਰ ਦੇ ਵਿੱਚ ਖੋਲ੍ਹਿਆ ਗਿਆ। ਤਾਂ ਇਸ ਦੀ ਸ਼ੁਰੂਆਤ ਤੁਸੀਂ ਕਿਵੇਂ ਕੀਤੀ? ਮੈਂ ਨਾ ਬਹੁਤ ਛੋਟੀ ਸੀਗੀ ਜਦੋਂ ਨਾ ਮੇਰੇ ਮੰਮੀ ਪਾਪਾ ਮੈਨੂੰ ਛੱਡ ਕੇ, ਮਤਲਬ ਕਿ ਮੇਰੀ ਨਾਨੀ ਇਕੱਲੀ ਸੀ। ਮੇਰੇ ਨਾਨਾ ਜੀ ਦੀ ਡੈਥ ਹੋ ਗਈ, ਮੈਂ 4ਥੀ ਕਲਾਸ ਪੜ੍ਹਦੀ ਸੀਗੀ। ਮੇਰੇ ਪਾਪਾ ਬਾਹਰ ਸੀਗੇ, ਮੰਮੀ, ਮੇਰਾ ਭਰਾ, ਮੇਰੀ ਛੋਟੀ ਭੈਣ, ਇਹ ਮੈਨੂੰ ਤਿੰਨੋਂ ਜਣੇ ਛੱਡ ਕੇ ਪਿੰਡ ਚਲੇ ਗਏ, ਮਤਲਬ ਨਾਨੀ ਕੋਲੇ। ਮੈਨੂੰ ਪਿੰਡ ਕਿਹੜਾ? ਪਿੰਡ ਸਾਡਾ ਡਵਿੱਡਾ, ਹਰਿਆਣਾ, ਹੁਸ਼ਿਆਰਪੁਰ ਦੇ ਕੋਲ ਆ। ਡਵਿੱਡਾ, ਹਾਂਜੀ। ਮੈਂ ਉਦੋਂ 4ਥੀ ਕਲਾਸ 'ਚ ਪੜ੍ਹਦੀ ਸੀਗੀ। ਮੈਂ ਛੋਟੀ ਸੀਗੀ, ਮੈਨੂੰ ਨਹੀਂ ਸੀ ਜਿੱਦਾਂ ਕੁਛ ਵੀ ਨਹੀਂ ਪਤਾ ਹੁੰਦਾ 4ਥੀ ਕਲਾਸ ਦੇ ਬੱਚੇ ਨੂੰ। ਪਰ ਮੇਰੀ ਨਾਨੀ ਬਜ਼ੁਰਗ ਸੀਗੇ, ਉਹਨਾਂ ਨੇ ਮੈਨੂੰ 3 ਵਜੇ ਵੀ ਕਈ ਵਾਰ ਸੁੱਤੀ ਪਈ ਨੂੰ ਉਠਾ ਦੇਣਾ, ਮੈਨੂੰ ਚਾਹ ਬਣਾ ਕੇ ਪਿਲਾ, ਮੈਨੂੰ ਰੋਟੀ ਖਵਾ, ਹੈ ਨਾ। ਉਹ ਬਚਪਨ ਤੋਂ ਹੀ ਮੈਂ ਰੋਟੀ ਚਾਹ ਇਸ ਕੰਮਾਂ 'ਚ ਹੀ ਰਹਿ ਗਈ, ਹੈ ਨਾ। ਫਿਰ ਜਦੋਂ ਥੋੜ੍ਹੀ ਹੋਰ ਵੱਡੀ ਹੋਈ ਕਰਦੇ ਕਰਦੇ ਮੈਂ ਮਤਲਬ ਕਿ ਸਿਰਫ ਰੋਟੀ ਬਣਾਉਣ ਜੋਗੀ ਹੀ ਰਹਿ ਗਈ, ਹੈ ਨਾ। ਉਹਦੇ ਅੱਗੇ ਨਾ ਕੋਈ ਇੱਦਾਂ ਦਾ ਮੌਕਾ ਮਿਲਿਆ ਕਿ ਕੁਛ ਹੋਰ ਕਰੀਏ ਜਾਂ ਹੋਰ ਕੋਈ ਸੋਚੀਏ ਜਾਂ ਕਿੱਦਾਂ। ਫਿਰ ਮੈਂ ਕਰਦੇ ਮੈਂ +2 ਕੀਤੀ। ਜਦੋਂ ਮੈਂ +2 ਕੀਤੀ ਫਿਰ ਮੇਰੀ ਮੈਰਿਜ ਹੋ ਗਈ। +2 ਵਜੇ ਮੈਂ ਕੀਤੀ ਸੀਗੀ, ਨਾਲ ਹੀ ਮੇਰੀ ਮੈਰਿਜ ਹੋ ਗਈ। ਮੈਰਿਜ ਹੋਈ ਮੇਰੀ ਜਲੰਧਰ 'ਚ। ਜਲੰਧਰ ਵਿੱਚ ਮੇਰੀ ਮੈਰਿਜ ਹੋਈ, ਚੁਗਿੱਟੀ ਮੇਰੀ ਮੈਰਿਜ ਹੋਈ। ਉਹ ਵੀ ਵੱਡੀ ਫੈਮਿਲੀ ਸੀਗੀ, ਔਰ ਉਹਨਾਂ ਨੂੰ ਸਾਰਿਆਂ ਨੂੰ ਇਹ ਸੀਗਾ ਵੀ ਪਿੰਡ 'ਚੋਂ ਆਈ ਆ। ਪਿੰਡ ਦੀ ਹੋਣ ਕਾਰਨ ਫਿਰ ਕੰਮ ਦਾ ਬੋਝ ਸਾਰਾ ਮੇਰੇ ਤੇ ਹੀ ਪੈ ਗਿਆ। ਕੋਈ +2 ਤੁਸੀਂ ਕਿੰਨੇ 'ਚ ਕੀਤੀ ਤੇ ਮੈਰਿਜ ਫਿਰ ਕਦੋਂ ਹੋਈ? ਮੈਂ ਕਿੰਨੇ ਸਾਲ? +2 ਕੀਤੀ ਮੈਂ 2000 'ਚ। 2001 'ਚ ਮੇਰੀ ਮੈਰਿਜ ਹੋਈ। ਅੱਛਾ, +2 ਤੋਂ ਨਾਲ ਹੀ ਅਗਲੇ ਸਾਲ? ਹਾਂਜੀ। ਤੇ 2001 'ਚ ਹੀ ਮੈਂ +2 ਕੀਤੀ, ਨਾਲ ਹੀ ਮੇਰੀ ਮੈਰਿਜ ਹੋ ਗਈ। ਮਾਰਚ ਵਿੱਚ ਜਿੱਦਾਂ ਮੈਂ +2 ਕੀਤੀ, ਮੇਰੀ ਅਕਤੂਬਰ 'ਚ ਮੈਰਿਜ ਹੋ ਗਈ ਮੇਰੀ। ਫਿਰ ਮੇਰੀ ਮੈਰਿਜ ਇੱਥੇ ਹੋਣ ਦੇ ਕਾਰਨ ਹੋਈ। ਇਹਨਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਪਿੰਡ ਦੀ ਕੁੜੀ ਆ ਜੀ, ਸਾਰਾ ਕੰਮ ਮੇਰੇ ਤੇ ਪੈ ਗਿਆ। ਉਦੋਂ ਵੀ ਉਹ ਪਿੰਡ ਵਾਲਿਆਂ ਤੋਂ ਨਾ ਇਹੀ ਉਮੀਦਾਂ ਲਾਈਆਂ ਜਾਂਦੀਆਂ ਹੁੰਦੀਆਂ ਕਿ ਇਹਨਾਂ ਨੂੰ ਸਾਰਾ ਕੁਝ ਇਹਨੂੰ ਆਉਂਦਾ, ਪੂਰਾ ਵੀ ਕਰ ਲੈਂਦੀਆਂ ਨੇ, ਇਹ ਕੰਮ ਹੀ ਕਰਦੀਆਂ ਨੇ, ਹੋਰ ਕੁਝ ਕਰਦੀਆਂ ਨਹੀਂ। ਮੇਰੀ ਜਠਾਣੀ ਸੀਗੀ, ਉਹਨਾਂ ਦੀ ਮੈਰਿਜ ਸਾਡੇ ਤੋਂ 2 ਮਹੀਨੇ ਪਹਿਲਾਂ ਹੋਈ ਸੀ। ਉਹ ਬੰਬੇ ਦੇ ਆ, ਉਹ ਕੁਛ ਨਹੀਂ ਸੀ ਕੰਮ ਕਰਦੇ ਹੁੰਦੇ। ਮੰਮੀ ਨੇ ਵੀ, ਸੱਸ ਮੇਰੀ ਨੇ ਵੀ ਕਹਿਣਾ। ਫਿਰ ਮੈਂ ਉਦੋਂ ਅਕਲ ਨਹੀਂ ਹੁੰਦੀ ਸੀਗੀ, ਮੈਂ ਜ਼ਿਆਦਾ ਫਿਰ ਕਰੀ ਜਾਣਾ, ਹਾਂ ਵੀ ਸਾਰਾ ਕੰਮ ਮੈਂ ਹੀ ਕਰ ਲਾਂ ਵੀ ਮੈਨੂੰ ਕਹੋਗੇ, ਹੈ ਨਾ, ਇਹ ਕੰਮ ਕਰਦੀ ਆ। ਉਹ ਕਰਦੇ ਫਿਰ ਮੈਂ ਉੱਦਾਂ ਦੀ ਹੋ ਗਈ ਕੰਮ ਕਰਨ ਵਾਲੀ, ਹੈ ਨਾ। ਫਿਰ ਉਹਦੇ ਬਾਅਦ ਮੇਰੇ ਹਸਬੈਂਡ ਬਾਹਰ ਸੀਗੇ ਉਦੋਂ, ਮਲੇਸ਼ੀਆ 'ਚ, ਜਦੋਂ ਮੇਰੀ ਮੈਰਿਜ ਹੋਈ ਆ। ਫਿਰ ਘਰ ਦੇ ਹਾਲਾਤ ਕੁਛ ਇੱਦਾਂ ਦੇ ਹੋ ਗਏ, ਬਾਹਰ ਨਹੀਂ ਗਏ।
ਉਹਦੇ ਨਾਲ ਫਿਰ ਇੱਥੇ ਅਸੀਂ ਰਹਿਣ ਲੱਗੇ। ਫਿਰ ਘਰ ਵਿੱਚ ਮੇਰੇ ਦਿਓਰ ਦੀ ਫਿਰ ਮੈਰਿਜ ਹੋ ਗਈ। ਫਿਰ ਘਰ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ। ਫਿਰ ਮੇਰੇ ਫਾਦਰ ਇਨ ਲਾਅ ਕਹਿੰਦੇ ਤੁਸੀਂ ਰੈਂਟ ਤੇ ਰਹਿਣ ਲੱਗ ਜਾਓ। ਫਿਰ ਮੈਂ ਰੈਂਟ ਭਰ ਦਿਆ ਕਰੂੰਗਾ ਵੀ ਘਰ ਦੇ ਹਾਲਾਤ ਖਰਾਬ ਆ ਜਿੱਦਾਂ ਹਨਾ। ਇੱਕ ਆਪਸ ਵਿੱਚ ਨਹੀਂ ਸੀ ਬਣਦੀ ਸਾਡੀ ਸਾਰਿਆਂ ਦੀ। ਅਸੀਂ ਰੈਂਟ ਤੇ ਰਹਿਣ ਲੱਗੇ। ਰੈਂਟ ਤੇ ਰਹਿੰਦੇ ਰਹਿੰਦੇ ਮੇਰੇ ਹਸਬੰਡ ਗੱਡੀ ਚਲਾਉਣ ਲੱਗੇ ਫਿਰ ਇੱਥੇ ਹੀ। ਇਹ ਜਦੋਂ ਗੱਡੀ ਚਲਾਉਂਦੇ ਸੀਗੇ, ਗੱਡੀ ਵਧੀਆ ਸਾਡਾ ਵਧੀਆ ਚੱਲਦਾ ਸੀ ਸਰਕਲ। ਡੈਡੀ ਦੀ ਵੀ ਪੈਨਸ਼ਨ ਆਉਂਦੀ ਸੀ, ਸਾਡਾ ਸਾਰਾ ਕੁਝ ਸਹੀ ਸੀਗਾ। ਉਹ ਫਿਰ ਇਹਨਾਂ ਦਾ ਇਹ ਕਿਸੇ ਨਾਲ ਜਾ ਰਹੇ ਸੀ ਬਾਈਕ ਤੇ, ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਦੀ ਕਦੋਂ ਗੱਲ ਆ, ਕਿੰਨੇ ਇਹ ਹੈਗੀ ਆ ਅੱਜ ਤੋਂ ਵੀ 10 ਸਾਲ ਪਹਿਲਾਂ ਦੀ ਗੱਲ। ਉਹ ਲੱਗਣ ਦੇ ਨਾਲ ਫਿਰ ਉਦੋਂ ਹੀ ਮੇਰੇ ਮਤਲਬ ਸਹੁਰੇ ਦੀ ਡੈਥ ਹੋ ਗਈ। ਮਤਲਬ ਬਿਲਕੁਲ ਅਸੀਂ ਡਿਪੈਂਡ ਮੇਰੇ ਤੇ ਹੀ ਹੋ ਗਿਆ ਵੀ ਹੁਣ ਕੀ ਕੀਤਾ ਜਾਵੇ। ਬੱਚੇ ਮੇਰੇ ਬਹੁਤ ਛੋਟੇ ਸੀਗੇ। ਉਦੋਂ ਬੱਚੇ ਸੀਗੇ? ਹਾਂਜੀ, ਬੱਚੇ ਸੀਗੇ, 2 ਬੇਟੇ ਆ ਮੇਰੇ, ਤੇ ਉਹ ਕਾਫੀ ਛੋਟੇ ਸੀਗੇ। ਫਿਰ ਸਾਡੇ ਅਸੀਂ ਰੈਂਟ ਤੇ ਜਿੱਥੇ ਰਹਿੰਦੇ ਸੀ ਉੱਥੇ ਸਪੋਰਟਸਮੈਨ ਲੜਕੇ ਰਹਿੰਦੇ ਸੀ। ਉਹਨਾਂ ਵਿੱਚ ਇੱਕ ਲੜਕਾ ਕਹਿੰਦਾ ਵੀ ਤੁਸੀਂ ਸਾਡੀ ਰੋਟੀ ਬਣਾ ਦਿਆ ਕਰੋ। ਤੇ ਮੈਨੂੰ ਨਹੀਂ ਸੀ ਪਤਾ ਵੀ ਸ਼ਹਿਰਾਂ ਵਿੱਚ ਟਿਫਨ ਸਪਲਾਈ ਹੁੰਦੀ ਆ ਜਾਂ ਕੀ ਹੁੰਦਾ ਇਦਾਂ ਦੇ ਕੰਮਾਂ ਦਾ, ਮੈਨੂੰ ਨਹੀਂ ਸੀ ਪਤਾ। ਮੈਨੂੰ ਲੱਗਿਆ ਵੀ ਉਹ ਕਹਿੰਦਾ ਵੀ ਤੁਸੀਂ ਰੋਟੀ ਬਣਾ ਦਿਓ। ਮੈਂ ਕਿਹਾ ਵੀ ਕੁਛ ਮਾਹੌਲ ਪਤਾ ਨਹੀਂ ਕਿੱਦਾਂ ਦਾ ਹੋਵੇ ਨਾ, ਵੀ ਮੁੰਡਿਆਂ ਦੇ ਘਰ ਜਾ ਕੇ ਮੈਂ ਖਾਣਾ ਬਣਾਉਣਾ, ਲੋਕ ਗੱਲਾਂ ਬਣਾਉਣਗੇ ਜਾਂ ਕਿੱਦਾਂ। ਉਹ ਕਹਿੰਦਾ ਨਹੀਂ ਨਹੀਂ ਤੁਸੀਂ ਆਪਣੇ ਘਰ ਖਾਣਾ ਬਣਾ ਦਿਓ, ਅਸੀਂ ਲੈ ਜਾ। 5 ਮੁੰਡਿਆਂ ਤੋਂ ਮੈਂ ਖਾਣੇ ਦਾ ਕੰਮ ਸ਼ੁਰੂ ਕੀਤਾ। ਫਿਰ ਕਰਦੇ ਕਰਦੇ 50 ਹੋ ਗਏ, 40-50 ਮੁੰਡਿਆਂ ਦਾ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਘਰ ਹੀ। ਬਹੁਤ ਲੋਕਾਂ ਨੇ ਗੱਲਾਂ ਕੀਤੀਆਂ ਤੇ ਮੁੰਡੇ ਆਉਂਦੇ ਆ ਜੀ, ਇਹ ਲੇਡੀ ਨਹੀਂ ਚੰਗੀ ਹੈਗੀ ਜੇ ਉਹ, ਬਹੁਤ ਕੁਛ ਮੈਨੂੰ ਸੁਣਨੇ ਨੂੰ ਮਿਲਿਆ। ਇਹਨਾਂ ਦੇ ਐਕਸੀਡੈਂਟ ਹੋਣ ਦੇ ਨਾਲ ਹੀ 3 ਸਾਲ ਤਾਂ ਬੈੱਡ ਦੇ ਉੱਪਰ ਹੀ ਰਹੇ ਆ। ਮਤਲਬ ਜੇ ਬਾਥਰੂਮ ਵੀ ਜਾਣਾ ਮੈਂ ਆਪਣਾ ਸਹਾਰਾ ਦੇ ਕੇ ਲੈ ਕੇ ਜਾਣਾ। ਫਿਰ ਘਰ ਦੇ ਹਾਲਾਤ ਸੀਗੇ, ਮੈਨੂੰ ਤਾਂ ਕਰਨਾ ਹੀ ਪੈਣਾ ਸੀਗਾ ਜਦੋਂ ਕੋਈ ਨਹੀਂ ਸੀਗਾ ਹਨਾ। ਫਿਰ ਉਹ ਕਰਦੇ, ਫਿਰ ਇਹ 3 ਸਾਲ ਇੱਦਾਂ ਰਹੇ ਆ। ਇਹ ਇਹਨਾਂ ਦੇ ਉੱਪਰੋਂ ਪੈਰ ਬਿਲਕੁਲ ਸਹੀ ਸੀਗਾ, ਅੰਦਰੋਂ ਪ੍ਰੋਬਲਮ ਆ ਗਈ, ਹੱਡੀਆਂ ਮਤਲਬ ਅੰਦਰੋਂ ਕ੍ਰੈਕ ਹੋ ਗਈਆਂ। ਇਹ ਜਦੋਂ ਵੀ ਤੁਰਦੇ ਸੀਗੇ ਤਾਂ ਉਹ ਫਿਰ ਟੁੱਟ ਜਾਂਦੀ ਸੀਗੀ। ਫਿਰ ਡਾਕਟਰ ਨੇ ਮਨਾ ਕੀਤਾ ਸੀ, ਕਹਿੰਦੇ ਫਿਰ ਇਹਨਾਂ ਨੂੰ 2-3 ਸਾਲ ਬੈੱਡ ਤੋਂ ਹੀ ਨਾ ਉੱਠਣ, ਮਤਲਬ ਪੈਰ ਤੇ ਭਾਰ ਨਾ ਪਾਉਣ। ਫਿਰ ਉਹ ਜਦੋਂ ਉਹ ਵੀ ਸਾਡਾ ਵਧੀਆ ਚੱਲ ਗਿਆ, ਸਾਨੂੰ ਬਹੁਤ ਵਧੀਆ ਲੱਗਿਆ ਵੀ ਇਹ ਤਾਂ ਬਹੁਤ ਵਧੀਆ ਕੰਮ ਆ। 30-40 ਹਜ਼ਾਰ ਰੁਪਇਆ ਮੈਂ ਘਰੇ ਹੀ ਕਮਾਉਣ ਲੱਗ ਗਈ। ਫਿਰ ਰਿਸ਼ਤੇਦਾਰ ਗੱਲਾਂ ਕਰਨ ਲੱਗ ਗਏ ਵੀ ਇਹ ਤਾਂ ਬਹੁਤ ਕੰਮ ਕਰਦੀ ਆ, ਪੈਸੇ ਵਾਲੀ ਹੋ ਗਈ ਜੇ ਉਹ। ਫਿਰ ਸੋਹਣਾ ਚੱਲਦਾ ਰਿਹਾ, ਵਧੀਆ ਚੱਲਦਾ ਰਿਹਾ। ਫਿਰ ਇਹ ਠੀਕ ਹੋ ਗਏ। ਫਿਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਮਨਿੰਦਰ ਜੀ ਦੱਸ ਰਹੇ ਨੇ ਕਿ ਆਪਣੇ ਪਤੀ ਬਾਰੇ ਦੱਸ ਰਹੇ ਨੇ, ਤਾਂ ਉਹ ਕੁਲਵਿੰਦਰ ਜੀ ਸਾਡੇ ਨਾਲ ਹੀ ਨੇ। ਕੁਲਵਿੰਦਰ ਜੀ ਪਹਿਲਾਂ ਐਕਸੀਡੈਂਟ ਕਰਕੇ, ਹਾਲਾਂਕਿ ਇਸ ਕੰਮ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਸੀ, ਉਹ ਨਹੀਂ ਆਉਂਦੇ ਸੀ, ਪਰ ਕੁਲਵਿੰਦਰ ਜੀ ਹੁਣ ਠੀਕ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਨਾਲ ਹੱਥ ਵਟਾਉਂਦੇ ਨੇ ਮਨਿੰਦਰ ਜੀ ਦਾ। ਕੁਲਵਿੰਦਰ ਜੀ ਕਦੋਂ ਤੁਸੀਂ ਇਹ ਸ਼ੁਰੂ ਕੀਤਾ ਫਿਰ ਨਾਲ ਮਨਿੰਦਰ ਜੀ ਦੇ ਆਉਣਾ? ਇੱਥੇ ਜਿਹੜਾ ਅਸੀਂ ਆਏ ਆ, ਇਹ ਤਾਂ 2 ਮਹੀਨੇ ਹੋਏ ਜੀ ਤੁਹਾਨੂੰ ਜੀ। ਹਾਂਜੀ, ਉਦਾਂ ਦੇ ਬਰਾਬਰ ਹੈਲਪ ਆ ਜਿੱਥੇ ਲੋੜ ਆ। ਐਕਚੁਅਲੀ ਬਣਾਉਣਾ ਤਾਂ ਕੁਕਿੰਗ ਦਾ ਤਾਂ ਸਾਰਾ ਇਹਨਾਂ ਦਾ ਹੀ ਆ ਜੀ, ਸਾਰੀ ਮਿਹਨਤ ਇਹਨਾਂ ਦੀ ਆ। ਮੇਰਾ ਸਿਰਫ ਇੱਕ ਡਰਾਈਵਰੀ ਲਗਾ ਲਓ ਜਾਂ ਹੈਲਪਰ ਲਗਾ ਲਓ, ਜਿੱਥੇ ਕਹਿਤਾ ਉੱਥੇ ਜਾਂ ਬਾਹਰੋਂ ਜਿਹੜਾ ਸਮਾਨ ਲੈ ਕੇ ਆਉਣਾ, ਜੋ ਆਰਡਰ ਹੋ ਗਿਆ ਜੀ, ਉਹ ਆਪਾਂ ਲੈ ਆਉਂਦਾ ਜੀ। ਇੰਨਾ ਜ਼ਰੂਰ ਹੈ ਜਿੰਨਾ ਕਿ ਇਹਨਾਂ ਨੇ ਇੰਨੀ ਗੇਜ ਵਿੱਚ ਕੰਮ ਕਰ ਲਿਆ। ਜੀ, ਹੋ ਸਕਦਾ ਕਿਸੇ ਨੇ 4 ਪੁਸ਼ਤਾਂ 'ਚ ਇੰਨਾ ਖਾਣਾ ਨਹੀਂ ਬਣਾਇਆ ਹੋਵੇ ਜਿੰਨਾ ਆਲਰੇਡੀ ਇਹਨੇ ਇੰਨੇ ਕੁ ਦੇਰ ਵਿੱਚ ਬਣਾ ਚੁੱਕੀ ਆ। ਜੀ, ਤੁਹਾਡੇ ਨਾਲ ਤੁਸੀਂ ਇੱਕ ਆਟੋ ਤੋਂ ਕੰਮ ਸ਼ੁਰੂ ਕੀਤਾ ਸੀ ਜੋ ਮੈਂ ਸੁਣਿਆ ਹੈ। ਨਹੀਂ ਅਸੀਂ ਨਾ ਫਿਰ ਅਸੀਂ ਉਹ ਮਤਲਬ ਕਿ ਕੁਛ ਉੱਥੇ ਰੈਂਟ ਵਧਾ ਦਿੱਤੇ ਗਏ, ਜਿੱਥੇ ਅਸੀਂ ਰਹਿੰਦੇ ਆ ਨਾ ਉੱਥੇ ਰੈਂਟ ਵਧਾ ਦਿੱਤੇ। ਫਿਰ ਉਹ ਜਿਹੜੇ ਸਪੋਰਟਸਮੈਨ ਲੜਕੇ ਸੀਗੇ ਉਹ ਆਪਣੇ ਉੱਥੇ ਹੀ ਚਲੇ ਗਏ, ਜ਼ਿਆਦਾਤਰ ਆਪਣੇ ਵਾਪਸ ਚਲੇ ਗਏ ਪੀਏਪੀ ਦੇ ਅੰਦਰ ਹੀ। ਪੀਏਪੀ ਦੇ ਅੰਦਰ ਜਾਣ ਦੇ ਨਾਲ ਸਾਡਾ ਕੰਮ ਬੰਦ ਹੋ ਗਿਆ, ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ, ਫਿਰ ਬਿਲਕੁਲ ਬੰਦ ਹੋ ਗਿਆ। ਫਿਰ ਇਹ ਬੰਦ ਹੋ ਗਿਆ। ਫਿਰ ਮੇਰੇ ਹਸਬੈਂਡ ਸਿਰਫ ਗੱਡੀ ਹੀ ਚਲਾ ਸਕਦੇ, ਇਹਨਾਂ ਨੂੰ ਹੋਰ ਤਾਂ ਕੋਈ ਕੰਮ ਨਹੀਂ ਆਉਂਦਾ ਹੈਗਾ। ਡਰਾਈਵਰੀ ਕਰਦੇ ਆ, ਪਰ ਇਹ ਲੌਂਗ ਟਾਈਮ ਵੀ ਡਰਾਈਵਰੀ ਨਹੀਂ ਕਰ ਸਕਦੇ। ਉਹ ਪੈਰ ਹਜੇ ਵੀ ਨਹੀਂ ਇਹਨਾਂ ਦਾ ਚੱਲਦਾ ਹੈਗਾ, ਜਿੱਦਾਂ ਮਤਲਬ ਥੋੜੀ ਚਲਾ ਲੈਂਦੇ 10-15 ਕਿਲੋਮੀਟਰ 50 ਕਿਲੋਮੀਟਰ ਤੱਕ, ਇਹ ਤੋਂ ਜ਼ਿਆਦਾ ਨਹੀਂ ਇਹ ਚਲਾ ਸਕਦੇ। ਫਿਰ ਅਸੀਂ ਫਿਰ ਸਾਨੂੰ ਇਹੀ ਸੀਗਾ ਵੀ ਚਲੋ ਮੈਂ ਕੰਮ ਕਰਦੀ ਹਾਂ, ਆਪਾਂ ਨੂੰ ਠੀਕ ਹੈ, ਗੁਜ਼ਾਰਾ ਸਾਡਾ ਵਧੀਆ ਚੱਲਦਾ ਹੈ ਨਾ। ਫਿਰ ਉਹ ਜਦੋਂ ਲੜਕੇ ਲੋਕ ਚਲੇ ਗਏ, ਫਿਰ ਕੋਈ ਸਟੇਜ ਇਦਾਂ ਦੀ ਵੀ ਆਈ, ਮੈਂ ਲੋਕਾਂ ਤੋਂ ਮੈਂ ਕਿਸੇ ਦੇ ਘਰ ਜਾ ਕੇ ਖਾਣਾ ਬਣਾਉਣਾ, ਸਫਾਈ, ਭਾਂਡੇ, ਕੱਪੜੇ ਤੱਕ ਵੀ ਕੀਤਾ ਜਦੋਂ ਇਦਾਂ ਦੀ ਸਟੇਜ ਆ ਗਈ ਹੈ ਨਾ। ਫਿਰ ਉਹ ਕਰਨੇ ਦੇ ਬਾਅਦ ਫਿਰ ਉਹ 2-3 ਲੜਕੇ ਸੀਗੇ, ਫਿਰ ਉਹਨਾਂ ਨੇ ਵੱਡੀ ਕੋਠੀ ਲੈ ਲਈ ਕਿਤੇ, ਉਹ ਵੀ ਚਲੇ ਗਏ। ਫਿਰ ਅਸੀਂ ਬਹੁਤ ਜ਼ਿਆਦਾ ਪ੍ਰੋਬਲਮ 'ਚ ਆ ਗਏ ਨਾ ਲੋਕਡਾਊਨ ਦੇ ਵਿੱਚ, ਬੱਚਿਆਂ ਦੀਆਂ ਫੀਸਾਂ ਭਰਨੀਆਂ, ਸਾਰਾ ਕੁਝ। ਮੇਰਾ ਬੇਟਾ +2 ਦੇ ਵਿੱਚ ਹੈ। ਫਿਰ ਸਾਨੂੰ ਬਹੁਤ ਔਖਾ ਹੋਇਆ। ਫਿਰ ਮੇਰੀ ਇੱਕ ਫਰੈਂਡ ਹੈ, ਉਹ ਕਹਿੰਦੀ ਦੀਦੀ ਇੰਨਾ ਕੁਝ ਆਉਂਦਾ ਆ ਵੀ ਚੱਲ ਆਪਾਂ ਇਕੱਠੇ ਹੀ ਕੰਮ ਕਰਦੇ ਆ। ਉਹਨੇ ਐਵੇਂ ਕਹੀ ਜਾਣਾ ਮੈਨੂੰ। ਮੈਂ ਉਹਨੂੰ ਕਿਹਾ ਵੀ ਤੂੰ ਕਰ ਤਾਂ ਸਕਦੀ ਨਹੀਂ ਹੈਗੀ ਹੈ ਨਾ ਖਾਣਾ। ਕਹਿੰਦੀ ਮੈਂ ਖਾਣਾ ਨਹੀਂ ਬਣਾ ਸਕਦੀ, ਮੈਂ ਤੇਰੇ ਨਾਲ ਜਾਇਆ ਕਰੂੰਗੀ ਇੱਦਾਂ। ਉਹ ਫਿਰ ਅਸੀਂ ਕਰਦੇ ਕਰਾਂਦੇ ਇੱਦਾਂ ਸ਼ੁਰੂ ਕਰ ਦਿੱਤਾ। ਮੇਰੇ ਹਸਬੈਂਡ ਦੇ ਇੱਕ ਫਰੈਂਡ ਆ, ਉਹਨਾਂ ਨੇ ਸਾਨੂੰ ਗੱਡੀ ਦਿੱਤੀ, ਕਹਿੰਦੇ ਮੇਰੇ ਗੱਡੀ ਤੁਸੀਂ ਲੈ ਲਓ ਵੀ ਮੇਰੇ ਕੋਲ ਤਾਂ ਐਵੇਂ ਖੜੀ ਆ। ਗੈਰੇਜ ਵਿੱਚੋਂ ਅਸੀਂ ਕੁਛ ਨਾ ਕੁਛ ਉਹਦਾ ਠੀਕ ਕਰਾ ਕੇ ਗੱਡੀ ਲੈ ਆਏ। 1 ਮਹੀਨਾ ਜਦ ਸਾਡੀ ਗੱਡੀ ਚੱਲੀ ਵਧੀਆ, ਠੀਕ ਸਾਰਾ ਕੁਝ ਚੱਲਦਾ ਰਿਹਾ। ਉਹਦੇ ਬਾਅਦ ਫਿਰ ਉਹਨਾਂ ਨੂੰ ਵੀ ਲੱਗਿਆ ਵੀ ਸ਼ਾਇਦ ਇਹ ਤਾਂ ਇਨਕਮ ਸੋਰਸ ਬਣ ਗਿਆ ਇਹਨਾਂ ਦਾ। ਉਹਨਾਂ ਨੇ ਆਪਣੀ ਗੱਡੀ ਵਾਪਸ ਲੈ ਲਈ, ਕੋਈ ਬਹਾਨਾ ਲਗਾ ਕੇ ਕੁਛ ਇੱਦਾਂ। ਫਿਰ ਕਹਿੰਦੇ ਮੈਨੂੰ ਤੁਸੀਂ ਰੈਂਟ ਦੇ ਦਿਓ। ਅਸੀਂ 300 ਰੁਪਇਆ ਰੈਂਟ ਵੀ ਦੇਣਾ ਸ਼ੁਰੂ ਕਰਤਾ। ਫਿਰ ਉਹਨਾਂ ਨੇ ਮੇਰਾ ਰਾਤ ਨੂੰ ਖਾਣਾ ਬਣਿਆ ਹੋਇਆ ਸੀ ਅੱਧਾ ਸਵੇਰੇ ਬਣਾਉਣਾ ਸੀ, ਉਹਨਾਂ ਨੇ ਗੱਡੀ ਲੈ ਦਿੱਤੀ। ਫਿਰ ਸਾਨੂੰ ਪ੍ਰੋਬਲਮ ਆਈ। ਫਿਰ ਅਸੀਂ 1 ਦਿਨ ਨਹੀਂ ਆਏ, ਅਸੀਂ 2 ਦਿਨ ਵੀ ਨਹੀਂ ਆਏ। ਫਿਰ ਤੀਸਰੇ ਦਿਨ ਮੈਨੂੰ ਲੱਗਿਆ, ਮੈਂ ਕਿਹਾ ਵੀ ਅਸੀਂ ਤਾਂ ਬੱਚੇ ਦੀ ਫੀਸ ਭਰਨੇ ਨੂੰ ਮੈਂ ਪੈਸੇ ਲਏ ਹੋਏ ਡੇਲੀ ਬੇਸ ਤੇ, 300 ਰੁਪਇਆ ਅਸੀਂ ਰੋਜ਼ ਦਾ ਦੇਣਾ ਸੀ, ਘਰ ਬਹਿ ਕੇ ਕਿੱਦਾਂ ਦੇਵਾਂਗੇ ਹੈ ਨਾ। ਫਿਰ ਅਸੀਂ ਆਟੋ ਲੈ ਲਿਆ।
ਰੈਂਟ ਤੇ 300 ਰੁਪਏ ਦਾ ਆਟੋ ਰੈਂਟ ਦੇ ਉੱਤੇ ਲੈ ਕੇ ਫਿਰ ਅਸੀਂ ਇੱਕ ਹਫਤਾ ਤਕਰੀਬਨ ਉਹਦੇ ਤੇ ਆਏ। ਫਿਰ ਇੱਥੇ ਸਰਦਾਰ ਜੀ ਇੱਥੇ ਸੀਗੇ, ਪਹਿਲਾਂ ਖਾਣਾ ਖਾ ਕੇ ਗਏ ਆ। ਉਹ ਕਹਿੰਦੇ ਵੀ ਤੁਸੀਂ ਇੰਨਾ ਕੁਛ ਕਰਦੇ ਹੈਗੇ ਆ, ਕੋਈ ਗੱਲ ਨਹੀਂ, ਪੈਸੇ ਤੁਹਾਨੂੰ ਅਸੀਂ ਇੰਟਰਸਟ ਤੇ ਲੈ ਦਿੰਨੇ ਆ। ਕਹਿੰਦੇ ਜੇ ਨਹੀਂ ਦੇ ਹੋਗਾ ਇੰਟਰਸਟ ਵੀ ਮੈਂ ਭਰ ਦਿਆ ਕਰੂੰਗਾ। ਤੇ ਉਹਨਾਂ ਨੇ ਸਾਨੂੰ 40-50 ਹਜ਼ਾਰ ਰੁਪਇਆ ਦਿੱਤਾ। ਹੁਣ ਅਸੀਂ ਇਹ ਗੱਡੀ ਆਪਣੀ ਲੈ ਲਈ। ਆਟੋ ਤੋਂ ਫਿਰ ਗੱਡੀ ਦੇ ਆਟੋ ਤੇ ਫਿਰ ਅਸੀਂ ਗੱਡੀ ਤੇ ਆ ਗਏ। ਉਹਨੇ ਸਾਡਾ ਸੰਘਰਸ਼ ਚੱਲਦਾ ਹੀ ਰਹਿੰਦਾ। ਮੈਨੂੰ ਲੱਗਦਾ ਔਰਤ ਦਾ ਸੰਘਰਸ਼ ਕਦੇ ਖਤਮ ਨਹੀਂ ਹੁੰਦਾ। ਉਹ ਜਦੋਂ ਪੈਦਾ ਹੋ ਜਾਂਦੀ ਹੈ ਉਹਦੇ ਮਰਨ ਤੱਕ ਉਹਦਾ ਸੰਘਰਸ਼ ਹਰ ਰੋਜ਼ ਬਦਲਦਾ ਰਹਿੰਦਾ ਹੈ ਨਾ। ਤਾਂ ਮੈਂ ਤੁਹਾਡੇ ਬਾਰੇ ਜਾਣਨਾ ਚਾਹੂੰਗੀ ਮਨਿੰਦਰ ਜੀ, ਤੁਸੀਂ ਆਪਣਾ ਦੱਸਿਆ ਕਿ ਨਾਨਕੇ ਤੁਸੀਂ ਰਹਿੰਦੇ ਸੀਗੇ। ਮਨਿੰਦਰ ਸਟੱਡੀ ਕੀਤੀ ਉਹਨਾਂ ਨੇ, ਕੀ ਉਹਨਾਂ ਨੇ ਪੜ੍ਹਾਈ ਕੀਤੀ ਹੈ? ਉਸ ਤੋਂ ਬਾਅਦ ਬੇਸ਼ੱਕ ਅੱਗੇ ਨਹੀਂ ਪੜ੍ਹਾਈ ਜਿਹੜੀ ਕੰਟੀਨਿਊ ਰੱਖ ਸਕੇ, ਪਰ ਉਹਨਾਂ ਦੀ ਆਪਣੀਆਂ ਇੱਛਾਵਾਂ ਕੀ ਸੀਗੀਆਂ? ਮੈਂ +2 ਕੀਤੀ ਆ। ਮੇਰੀ ਇੱਛਾ ਸੀ ਮੈਂ ਟੀਚਰ ਬਣਨਾ ਚਾਹੁੰਦੀ ਸੀਗੀ, ਪਰ ਜਦੋਂ ਮੇਰੇ ਫਾਦਰ ਇਨ ਲਾਅ ਆ, ਉਹਨਾਂ ਦੀ ਮੇਰੇ ਪਾਪਾ ਨਾਲ ਬਹੁਤ ਸੀਗੀ, ਰਿਸ਼ਤੇਦਾਰੀ ਵਿੱਚੋਂ ਹੀ ਆ ਸਾਡੇ ਇਹ। ਤੇ ਉਹ ਕਹਿੰਦੇ, ਉਹ ਏਜ ਕਾਫੀ ਸੀ ਉਹਨਾਂ ਦੀ। ਮੇਰੇ ਹਸਬੈਂਡ ਵੀ ਮੇਰੇ ਤੋਂ ਵੱਡੇ ਆ, ਕਾਫੀ ਵੱਡੇ ਆ, 12-14 ਸਾਲ ਦਾ ਸਾਡੇ 'ਚ ਫਰਕ ਆ ਇਸਦਾ। ਪਰ ਜਿਹੜੇ ਮੇਰੇ ਫਾਦਰ ਇਨ ਲਾਅ ਆ, ਉਹ ਕਹਿੰਦੇ ਤੁਹਾਡੀ ਕੁੜੀ ਹੀ ਮੈਂ ਆਪਣੇ ਘਰ ਲੈ ਕੇ ਜਾਣੀ ਆ, ਇਹਦਾ ਹੁਣੇ ਵਿਆਹ ਕਰ ਦੋ, ਮੇਰਾ ਪਤਾ ਨਹੀਂ ਮੈਂ ਕਿੰਨੀ ਦੇਰ ਹੈਗਾ ਨਹੀਂ। ਫਿਰ ਮੇਰੇ ਪਾਪਾ ਨੇ ਮੈਨੂੰ ਪੁੱਛਿਆ, ਕਹਿੰਦੇ ਤੂੰ ਕੀ ਚਾਹੁੰਦੀ ਆ? ਮੈਂ ਕਿਹਾ ਮੈਂ ਤਾਂ ਹਜੇ ਅੱਗੇ ਪੜ੍ਹਨਾ ਆ ਜੇ ਉਹ। ਮੇਰੇ ਪਾਪਾ ਕਹਿੰਦੇ ਕੀ ਪਤਾ ਤੈਨੂੰ ਉਹੀ ਪੜ੍ਹਾ ਦੋਗੇ ਅੱਗੇ, ਹਨਾ। ਕਹਿੰਦੇ ਉਹ ਮੈਂ ਉਹਨਾਂ ਦੀ ਗੱਲ ਰੱਖਣੀ ਆ। ਉਹਨਾਂ ਨੇ ਫਿਰ ਇਸ ਚੱਕਰ 'ਚ ਮੇਰੀ ਜਲਦੀ ਮੇਰੀ ਮੈਰਿਜ ਹੋ ਗਈ। ਫਿਰ ਇੱਥੇ ਮੈਰਿਜ ਹੋ ਕੇ ਇੱਥੇ ਆਏ ਤਾਂ ਇੱਥੇ ਹਾਲਾਤ ਹੀ ਖਰਾਬ ਹੋ ਗਏ। ਪਰ ਹੁਣ ਲੱਗਦਾ ਵਧੀਆ ਚੱਲ ਰਹੀ ਹੈ ਜ਼ਿੰਦਗੀ। ਵਧੀਆ ਤਾਂ ਨਹੀਂ ਕਹਿ ਸਕਦੇ, ਪਰ ਮੈਂ ਖੁਸ਼ ਹਾਂ ਫੇਰ ਵੀ ਜੋ ਆ। ਹਾਂ ਚਲੋ, ਉਹ ਤਾਂ ਪਰਮਾਤਮਾ ਦੇ ਹੱਥ ਹੈ ਕਿ ਕਦੋਂ ਹਾਲਾਤ ਬਦਲਣੇ ਨੇ, ਪਰ ਤੁਸੀਂ ਮਿਹਨਤ ਕਰ ਰਹੇ ਹੋ, ਕਿਉਂਕਿ ਹਰ ਇੱਕ ਵਿਅਕਤੀ ਮਿਹਨਤ ਕਰਕੇ ਹੀ ਗੁਜ਼ਾਰਾ ਕਰਦਾ ਹੈ ਨਾ। ਤੁਸੀਂ ਮਿਹਨਤ ਕਰ ਰਹੇ ਹੋ ਤਾਂ ਜ਼ਰੂਰ ਪਰਮਾਤਮਾ ਜਿਹੜਾ ਉਹ ਫਲ ਦਊਗਾ। ਹਾਂਜੀ, ਲੋਕਾਂ ਦੀਆਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਕਿ ਲੇਡੀ ਬੰਦਿਆਂ 'ਚ ਜਾਂਦੀ ਇਹ ਆ। ਫਿਰ ਮੈਨੂੰ ਇਦਾਂ ਲੱਗਦਾ ਆ ਵੀ ਜਾਂਦੀ ਆ ਤਾਂ ਜਾਂਦੀ ਆ, ਜੇ ਮੈਂ ਆਪਣੇ ਘਰ ਬੈਠੀ ਤਾਂ ਕੌਣ ਮੈਨੂੰ ਦੇ ਜਾਂਦਾ, ਹਨਾ? ਕੌਣ ਪੁੱਛਦਾ ਆ, ਹਨਾ? ਜੋ ਵੀ ਆ ਠੀਕ ਆ। ਸਮਾਜ 'ਚ ਐਂ ਵਿਚਰਨਾ ਪੈਂਦਾ ਮੈਨੂੰ ਲੱਗਦਾ। ਜੇ ਤੁਸੀਂ ਆਪਣਾ ਪੱਖ ਅੱਗੇ ਰੱਖ ਕੇ ਨਹੀਂ ਚੱਲੋਗੇ ਤਾਂ ਤੁਹਾਨੂੰ ਲੋਕ ਚੱਲਣ ਨਹੀਂ ਦੇਣਗੇ ਜੀ। ਤੇ ਫਿਰ ਹੁਣ ਮਨਿੰਦਰ ਇੱਥੇ ਕੰਮ ਕਰਦੇ ਨੇ, ਘਰੇ ਬੱਚੇ ਵੀ ਨੇ, ਇਹ ਸਾਰਾ ਕੁਝ ਕਿਵੇਂ ਸੈਟਿੰਗ ਹੁੰਦੀ ਆ? ਕਿਉਂਕਿ ਤੁਸੀਂ ਸਵੇਰ ਤੋਂ ਮੈਨੂੰ ਲੱਗਦਾ ਸ਼ੁਰੂ ਕਰ ਦਿੰਦੇ ਹੋਵੋਗੇ, ਕਿਉਂਕਿ ਆ ਦਿਨ ਦੇ ਵਿੱਚ ਕਿੰਨੇ ਵਿਅਕਤੀਆਂ ਦਾ ਖਾਣਾ ਬਣਦਾ ਹੈ। ਸਵੇਰੇ ਕਦੋਂ ਸ਼ੁਰੂ ਕਰਦੇ ਹੋ, ਰਾਤ ਨੂੰ ਘਰੇ ਕਦੋਂ ਜਾਂਦੇ ਹੋ? ਅਸੀਂ ਇੱਥੋਂ 3:30-4 ਵਜੇ ਅਸੀਂ ਇੱਥੋਂ ਚਲੇ ਜਾਂਦੇ ਆ ਜੀ। ਫਿਰ ਜਦੋਂ ਮੈਂ ਘਰ ਜਾਂਦੀ, ਮੇਰੇ ਬੇਟੇ ਨੇ ਚਾਹ ਬਣਾ ਕੇ ਰੱਖੀ ਹੁੰਦੀ ਆ। ਪਹਿਲਾਂ ਹੀ ਉਹਨੂੰ ਪਤਾ ਹੁੰਦਾ ਛੋਟੇ ਵਾਲੇ ਨੂੰ ਆਉਣ ਵਾਲੇ ਆ ਨਾ ਉਹਨੇ। ਫਿਰ ਅਸੀਂ ਉਹ ਕਰਕੇ ਫਿਰ ਇਹ ਜਾ ਕੇ ਫਿਰ ਇਹ ਵਾਲੇ ਬਰਤਨ ਵਗੈਰਾ ਸਾਰੇ ਸਾਫ਼ ਕਰਨੇ। ਅਸੀਂ ਇੱਥੋਂ ਥੋੜਾ ਮੋਟਾ ਕਰਕੇ ਲੈ ਜਾਂਦੇ, ਬਾਕੀ ਘਰ ਜਾ ਕੇ ਕਰਦੇ ਆ। ਫਿਰ ਉਹਦੇ ਬਾਅਦ ਫਿਰ ਸ਼ਾਮ ਨੂੰ ਫਿਰ ਸਬਜ਼ੀ ਲੈਣ ਜਾਣਾ, ਕਿਉਂਕਿ ਇੰਨੇ ਤਾਂ ਪੈਸੇ ਨਹੀਂ ਹੈਗੇ ਕਿ ਅਸੀਂ ਇੱਕ ਦਿਨ ਪਹਿਲਾਂ ਲਿਆ ਕੇ ਰੱਖੀਏ। ਹਜੇ ਹਾਲਾਤ ਕੁਛ ਏਦਾਂ ਦੇ ਹੀ ਆ ਜੋ ਇੱਥੇ ਹੁੰਦਾ ਹੈ। ਉਹ ਵੈਸੇ ਵੀ ਚਲੋ ਵਧੀਆ ਕਿ ਤਾਜ਼ੀ ਸਬਜ਼ੀ ਆਉਂਦੀ ਹਰ ਆ। ਇੱਕ ਚੀਜ਼ ਅਸੀਂ ਸਮਾਨ ਰਾਸ਼ਨ ਵੀ ਜੋ ਹੁੰਦਾ ਆ ਇੱਥੇ ਜੋ ਕਮਾਉਨੇ ਉਹ ਲੈ ਕੇ ਜਾ ਕੇ ਕਰਦੇ ਆ, ਫਿਰ ਹੁੰਦਾ ਆ, ਹਨਾ? ਫਿਰ ਅਸੀਂ ਉਹ ਸਾਰਾ ਕੁਝ ਉਹ ਲੈ ਕੇ ਆਨੇ, ਕਰਦੇ ਕਰਾਂਦੇ 6-7-8 ਵੱਜ ਜਾਂਦੇ ਆ ਇਹ ਕੁਝ ਕਰਦੇ। ਫਿਰ ਸ਼ਾਮ ਨੂੰ ਕੁਛ ਨਾ ਕੁਛ ਕੱਟ ਕੇ ਰੱਖ ਲੈਨੇ। ਸਵੇਰੇ ਮੈਂ 3:30 ਵਜੇ ਉੱਠਦੀ ਆ। 3:30? ਹਾਂਜੀ, ਰਾਤ ਨੂੰ ਮੈਂ ਸੌਂਦੇ ਕਿੰਨੇ ਵਜੇ? 11:30-12 ਵਜੇ। ਮੇਰੇ ਕੰਮ ਕਰਨ ਮੇਰੇ ਬੇਟੇ ਆ ਨਾ, ਫਿਰ ਮੈਂ ਇਕੱਲੀ ਕਰਨ ਵਾਲੀ ਆ। ਉਹ ਹੈਲਪ ਕਰਾਉਂਦੇ ਆ ਸਾਰੇ, ਜਿਹਦੇ ਕੋਲ ਜੋ ਹੁੰਦਾ ਆ। ਬੱਚੇ ਆ ਉਹ ਕੁਛ ਨਾ ਕੁਛ ਸਬਜ਼ੀ ਵਗੈਰਾ ਕੱਟ ਦਿੰਦੇ ਆ, ਇਹ ਨਾਲ ਜਾ ਕੇ ਲੈ ਆਉਂਦੇ ਆ। ਕਦੀ ਮੈਨੂੰ ਕਹਿ ਦੋ ਕਿ ਹਸਬੈਂਡ ਮੇਰੇ ਕਹਿੰਦੇ ਤੂੰ ਰਹਿਣ ਦੇ, ਮੈਂ ਹੀ ਜਾ ਕੇ ਲਿਆਉਣਾ ਆ। ਫਿਰ ਇਦਾਂ ਅਸੀਂ ਮੈਨੇਜ ਕਰ ਲੈਂਦੇ ਆ। ਫਿਰ 3:30 ਉੱਠ ਕੇ ਉਸ ਤੋਂ ਬਾਅਦ ਪੂਰਾ ਕੀ ਪ੍ਰੋਸੈਸ ਹੁੰਦਾ, ਕੀ ਪਹਿਲਾਂ ਕੀ ਕਰਨਾ? 3:30 ਵਜੇ ਉੱਠ ਕੇ ਮੈਂ ਰਾਤ ਦੇ ਮਤਲਬ ਪਿਆਜ਼ ਵਗੈਰਾ ਸਾਰਾ ਕੁਝ ਪਹਿਲਾਂ ਛਿੱਲ ਕੇ ਰੱਖਿਆ ਹੁੰਦਾ। ਚੌਪ ਵਗੈਰਾ ਸਾਰਾ ਉਹ ਸਵੇਰ ਨੂੰ ਕਰਨਾ ਤਾਜ਼ਾ। ਉਹ ਫਿਰ ਉਸ ਟਾਈਮ ਕਰਕੇ ਜਿੱਦਾਂ ਹੀ ਮੈਂ ਸੁੱਤੀ ਉੱਠਦੀ ਆ, ਪਹਿਲਾਂ ਉੱਠ ਕੇ ਗੈਸ ਚਲਾ ਕੇ ਕੜੀ ਔਰ ਰਾਜਮਾ ਰੱਖ ਦਿੰਨੀ ਆ। ਉਹ ਸ਼ੁਰੂ ਹੋ ਜਾਂਦੇ ਬਣਨੇ। ਉਹਨੇ ਦੇ ਵਿੱਚ ਬਰਸ਼ ਕਰੋ। ਫਿਰ ਕਰਦੇ ਕਰਾਂਦੇ ਸਬਜ਼ੀਆਂ ਵਗੈਰਾ ਕਰਕੇ ਫਿਰ ਸਾਰਾ ਕੁਝ ਬਣਾਉਂਦੇ 10:30 ਮੈਨੂੰ 10 ਵੱਜ ਹੀ ਜਾਂਦੇ ਆ ਤਕਰੀਬਨ। ਰੋਟੀ ਵੀ ਬਣਾਉਣੀ ਆ, ਚਾਵਲ ਬਣਾਉਣੇ, ਰਾਜਮਾ, ਕੜੀ, ਫਿਰ ਇੱਕ ਦਾਲ ਸਬਜ਼ੀ ਉਹ ਅਲੱਗ ਹੁੰਦੀ ਰੋਟੀ ਦੇ ਨਾਲ। ਕੜੀ, ਚਾਵਲ ਤੇ ਰਾਜਮਾ ਉਹ ਰੋਜ਼ ਬਣਨੇ ਆ? ਇੱਕ ਸਬਜ਼ੀ ਰੋਜ਼ ਉਹ ਚੇਂਜ ਹੋ ਜਾਂਦੀ ਆ? ਰਾਜਮਾ, ਕੜੀ, ਚਾਵਲ ਇਹ ਰੋਜ਼ ਦੇ ਆ। ਇੱਕ ਦਾਲ ਇੱਕ ਸਬਜ਼ੀ ਇਹ ਚੇਂਜ ਹੋ ਜਾਂਦੀ ਰੋਟੀ ਦੇ ਨਾਲ ਆ। ਅੱਛਾ, ਇਹ ਰੋਟੀ ਦੇ ਨਾਲ ਆ। ਤੇ ਕੁਆਂਟੀਟੀ ਕਿੰਨੀ ਲੈ ਕੇ ਆਉਂਦੇ ਹੋ ਫਿਰ ਇੱਕ ਦਿਨ ਦੇ ਵਿੱਚ? ਕਿੰਨਾ ਐਸਟੀਮੇਟ ਲਾ ਕੇ ਚੱਲਦੇ ਹੋ ਵੀ ਅੱਜ ਇੰਨੀਆਂ ਰੋਟੀਆਂ ਲੈ ਕੇ ਜਾਣੀਆਂ, ਇੰਨੇ ਮਤਲਬ ਚੌਲ ਲੈ ਕੇ 150 ਤਕਰੀਬਨ ਰੋਟੀ ਮੈਂ ਬਣਾ ਕੇ ਲਿਆਣੀ ਸਵੇਰੇ। ਠੀਕ ਹੈ। 150 ਤੋਂ 200 ਦੇ ਵਿੱਚ ਤਕਰੀਬਨ ਮੈਂ ਰੋਟੀ ਬਣਾ ਕੇ ਲਿਆਣੀ। ਜਿਹੜੇ ਚਾਵਲ ਆ ਉਹ 5-6 ਕਿਲੋ 6 ਕਿਲੋ ਤੱਕ ਚਾਵਲ ਬਣਾਣੇ। ਤੇ ਕੜੀ ਤੇ ਰਾਜਮਾ ਇਹ ਸਾਡੇ ਕੋਲ ਹੁਣ ਕੰਟੇਨਰ ਛੋਟੇ ਆ, ਹੁਣ ਛੋਟੇ ਪੈ ਰਹੇ ਆ। ਹਜੇ ਹੈ ਨਹੀਂ ਕੋਈ ਸੋਰਸ ਨਹੀਂ ਹੈਗਾ ਕਿ ਅਸੀਂ ਵੱਡੇ ਲੈ ਲਈਏ। ਇਹਨਾਂ ਵਿੱਚ 10-10 ਕਿਲੋ ਆਉਂਦੀ ਆ, 10-10 ਕਿਲੋ ਸਮਾਨ ਆਉਂਦਾ ਹੈ। ਤੇ ਫਿਰ ਇਹ ਸਾਰਾ ਪੂਰਾ ਇੱਥੇ ਲੱਗ ਜਾਂਦਾ ਆ? ਹਾਂਜੀ, ਪੂਰਾ ਘੱਟ ਵੀ ਜਾਂਦਾ ਹੋਣਾ? ਘੱਟ ਜਾਂਦਾ। ਅਸੀਂ ਹਜੇ ਦੇਖਦੇ ਆ ਜਿੱਦਾਂ ਅੱਗੇ ਕੰਮ ਚੱਲੇਗਾ ਫਿਰ ਵੱਡੇ ਕੰਟੇਨਰ ਲਵਾਂਗੇ, ਕਿਉਂਕਿ ਕੰਮ ਵੱਧ ਰਿਹਾ ਆ।
ਖਾਣਾ ਅੱਛਾ ਲੱਗ ਰਿਹਾ ਲੋਕਾਂ ਨੂੰ। ਤੇ ਉਹ ਇਸ ਏਰੀਆ ਦੇ ਵਿੱਚ ਉਹ ਕਹਿੰਦੇ ਇਦਾਂ ਸਬਜ਼ੀ ਰੋਟੀ ਇਦਾਂ ਦੀ ਨਹੀਂ ਆਉਂਦੀ ਹੈਗੀ, ਮਤਲਬ ਢਾਬਾ ਹੋਟਲ ਸਟਾਈਲ ਵਿੱਚ ਹੈਗੀ ਆ, ਘਰ ਦੇ ਸਟਾਈਲ ਵਿੱਚ ਨਹੀਂ ਹੈਗੀ। ਜ਼ਿਆਦਾਤਰ ਲੋਕ ਇੱਥੇ ਰਹਿੰਦੇ ਆ, ਘਰ ਦਾ ਖਾਣਾ ਪਸੰਦ ਹਨਾ, ਕੋਈ ਬਾਹਰੋਂ ਆ ਕੇ ਲੜਕੇ ਲੋਕ ਇੱਥੇ ਰਹਿੰਦੇ ਆ ਜਿਹੜੇ ਅੰਦਰ, ਇੱਥੇ ਉਹਨਾਂ ਨੂੰ ਖਾਣਾ ਵਧੀਆ ਲੱਗਦਾ ਹੈ। ਹੁਣ ਤੇ ਫਿਰ ਜੇ ਆਮਦਨ ਦੀ ਗੱਲ ਕਰੀਏ, ਇੱਕ ਦਿਨ ਚ ਕਿੰਨੀ ਆਮਦਨ ਹੋ ਜਾਂਦੀ ਹੈ? ਮਤਲਬ ਸਾਨੂੰ ਖਰਚੇ ਕੱਢ ਕੇ 1000 ਰੁਪਇਆ ਹਜੇ ਹੁੰਦਾ ਆ, ਬਚਦਾ ਆ ਉਹਦੇ ਦਿਨ ਦਾ। ਉਹਦੇ ਵਿੱਚੋਂ ਫਿਰ ਮੈਂ ਹਜੇ ਆ ਕਿਸ਼ਤਾਂ ਵਗੈਰਾ ਤੇ ਪੈਸੇ ਲਏ ਹੋਏ ਆ, ਉਹ ਭਰਦੇ ਆ। ਅੱਛਾ, ਉਹ ਭਰਦੇ ਹਾਂ, ਉਹ ਹਜੇ ਡੇਲੀ ਬੇਸ ਤੇ ਆ। ਬੱਚਿਆਂ ਦੀ ਫੀਸ ਹੈ, ਵਗੈਰਾ ਹੋਰ ਸਾਰਾ। ਜਿਹੜਾ ਰੋਜ਼ਾਨੇ ਦਾ ਖਰਚੇ ਉਹ ਵੀ ਉਹ ਉਹਦੇ ਹਜੇ ਵਿੱਚ ਚਲੋ ਕਰੋਨਾ ਟਾਈਮ ਆ, ਹਜੇ ਥੋੜਾ ਬਚਾਅ ਆ ਫੀਸਾਂ ਦਾ, ਹਨਾ। ਹਜੇ ਬੇਟਾ ਹੋਣਾ ਹੀ ਆ ਕਰੋਨਾ 'ਚ ਹੀ, ਉਹਨੇ 10th ਕੀਤੀ ਆ, ਹਜੇ ਐਡਮਿਸ਼ਨਾਂ ਹੁਣ ਕਰਵਾਉਣੀਆਂ ਆ ਉਹਨਾਂ ਦੀਆਂ। ਹੁਣ ਦੇਖੋ ਜੋ ਅੱਗੇ ਆਉਂਦਾ ਆ ਜੀ। ਤੇ ਜਿਹੜੀ ਇਹ ਜਗ੍ਹਾ ਹੈ, ਇਹ ਜਗ੍ਹਾ ਫਿਰ ਹੁਣ ਤੁਹਾਨੂੰ ਮਤਲਬ ਕਿ ਤੁਸੀਂ ਇਹਦਾ ਵੀ ਰੈਂਟ ਭਰਦੇ ਹੋ ਜਾਂ ਫਿਰ ਇਹ ਐਵੇਂ ਤੁਹਾਨੂੰ ਇੱਥੇ ਸਾਨੂੰ ਬਹੁਤ ਪ੍ਰੋਬਲਮ ਆਈ ਆ ਜਦੋਂ ਅਸੀਂ ਲਾਇਆ। ਕਾਰਪੋਰੇਸ਼ਨ ਵਾਲੇ ਕਹਿੰਦੇ 1000 ਰੁਪਏ ਦੀ ਪਰਚੀ ਕਟਵਾਓ। ਫਿਰ ਇੱਥੇ ਆਸ-ਪਾਸ ਜਿੰਨੇ ਵੀ ਹੈਗੇ ਉਹ ਸਾਰੇ ਸਾਨੂੰ ਕਹਿੰਦੇ ਕੋਈ ਵੀ ਆਵੇ ਨਹੀਂ ਪਰਚੀ ਦੇਣੀ, ਅਸੀਂ ਤੁਹਾਨੂੰ ਇੱਥੇ ਸਾਡੀ ਬਹੁਤ ਕੋਆਪਰੇਟ ਬਹੁਤ ਕਰਦੇ ਆ, ਸਾਡੀ ਹੈਲਪ ਬਹੁਤ ਕਰਦੇ ਆ ਆਲੇ ਦੁਆਲੇ ਦੇ। ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਵੀ ਇੱਕ ਲੇਡੀ ਖੜੀ ਆ ਜਾਂ ਕਿੱਦਾਂ ਆ ਨਾ। ਇੱਕ ਇਹ ਸਰਦਾਰ ਜੀ ਤਾਂ ਬਹੁਤ ਜ਼ਿਆਦਾ ਕਰਦੇ ਆ। ਉਹ ਜਦੋਂ ਕੋਈ ਵੀ ਇੱਥੇ ਆ ਕੇ ਕੋਈ ਨਿਊਜ਼ ਚੈਨਲ ਵਾਲਾ ਹੀ ਕੋਈ ਰੁਕ ਜਾਵੇ, ਉਹ ਇੱਕਦਮ ਆਉਂਦੇ ਆ ਵੀ ਤੁਹਾਨੂੰ ਕੌਣ ਕੁਝ ਕਹਿ ਰਿਹਾ ਆ। ਨਹੀਂ, ਪਰ ਉਹ ਚੀਜ਼ਾਂ ਚਲੋ ਵੱਖਰੀਆਂ ਨੇ, ਪਰ ਕਿਉਂਕਿ ਇਹ ਇੱਕ ਹੈਲਪ ਹੀ ਹੈ ਹਨਾ। ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਚਲਾ ਰਹੇ ਹੋ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਰਹੇ ਹੋ ਨਾ, ਆਪਣੇ ਆਪ ਕਮਾ ਰਹੇ ਹੋ, ਤਾਂ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਤਾਂ ਉਹ ਇਹ ਚੀਜ਼ ਵੀ ਹੈ ਜਿਹੜੀ ਤੁਹਾਨੂੰ ਫੇਸ ਕਰਨੀ ਪੈਂਦੀ ਹੈ। ਇਹ ਤੋਂ ਇਲਾਵਾ ਮਤਲਬ ਮੈਂ ਮਨਿੰਦਰ ਬਾਰੇ ਜਾਣਨਾ ਚਾਹੁੰਦੀ ਹਾਂ, ਤਾਂ ਮਨਿੰਦਰ ਹੋਰ ਕੀ ਕੁਝ ਜਿਹੜਾ ਵੱਖਰਾ ਕਰਨਾ ਚਾਹੁੰਦੇ ਨੇ? ਕਿਉਂਕਿ ਇਹ ਤਾਂ ਹੋ ਗਿਆ ਹੁਣ ਤੁਸੀਂ ਹੈ ਨਾ, ਘਰੋਂ ਨਿਕਲ ਕੇ ਤੁਸੀਂ ਇੱਕ ਘਰ ਰਸੋਈ ਤੋਂ ਨਿਕਲ ਕੇ ਫਿਰ ਆਟੋ 'ਚ ਰਸੋਈ ਤੇ ਪਹੁੰਚੇ, ਉਸ ਤੋਂ ਬਾਅਦ ਗੱਡੀ 'ਚ ਤੁਸੀਂ ਢਾਬਾ ਖੋਲ ਲਿਆ। ਹੁਣ ਇਹ ਤੋਂ ਅੱਗੇ ਕਿੱਥੇ ਮਨਿੰਦਰ ਨੇ ਆਪਣਾ ਜਾਣਾ? ਢਾਬਾ ਖੋਲਣਾ ਚਾਹੁੰਦੀ ਹਾਂ, ਜਿੱਦਾਂ ਆਪਣਾ ਮੇਰਾ ਹੋਵੇ ਢਾਬਾ, ਉੱਪਰ ਮੇਰਾ ਨਾਮ ਲਿਖਿਆ ਹੋਵੇ, ਮਨਿੰਦਰ ਦਾ ਢਾਬਾ ਲਿਖਿਆ ਹੋਵੇ, ਹਨਾ। ਆਪਣੇ ਨਾਮ ਤੇ ਮੈਂ ਖੋਲਣਾ ਚਾਹੁੰਦੀ ਹਾਂ। ਅੱਗੇ ਦੇਖੋ ਜੇ ਮੇਰਾ ਪਰਮਾਤਮਾ ਨੇ ਚਾਹਿਆ ਤਾਂ ਇਹ ਵੀ ਡ੍ਰੀਮ ਪੂਰਾ ਹੋਊਗਾ। ਹੋਰ ਤਾਂ ਕੋਈ ਨਹੀਂ ਹੋਇਆ, ਇਹ ਤਾਂ ਹੋਊਗਾ। ਇਹ ਕਿਉਂਕਿ ਮੇਰੇ ਆਪਣੇ ਬਲਬੂਤੇ ਤੇ ਚੱਲ ਰਿਹਾ ਕੰਮ, ਹਨਾ। ਪ੍ਰਾਊਡ ਫੀਲ ਕਰ ਰਹੀ ਹਾਂ ਮੈਂ। ਹਾਂ, ਮੈਂ ਇੱਥੇ ਤੱਕ ਹੈਗੀ ਆ, ਮੈਨੂੰ ਹੁਣ ਸਾਰੇ ਲੋਕ ਜਾਣਦੇ ਆ। ਕਿੰਨੇ ਲੋਕਾਂ ਨੂੰ ਪਤਾ ਹੁੰਦਾ ਉੱਥੇ ਉਹ ਮੈਡਮ ਆ ਗਈ, ਖਾਣੇ ਵਾਲੀ ਮੈਡਮ ਆ ਗਈ, ਇਦਾਂ ਹੋ ਰਹੀ ਹੈ, ਹਨਾ। ਉਹ ਇੱਕ ਦਿਨ ਇਦਾਂ ਦਾ ਆਊਗਾ ਕਿ ਇੱਥੇ ਹੀ ਮੇਰਾ ਢਾਬਾ ਹੋਊਗਾ, ਇਸ ਜਗ੍ਹਾ ਤੇ ਇੱਥੇ ਬਣਾਉਣਾ। ਹਾਂ, ਇਸ ਜਗ੍ਹਾ ਇਸ ਏਰੀਆ 'ਚ ਹੀ ਬਣਾਉਣਾ ਆ। ਠੀਕ ਹੈ। ਮੈਂ ਕਹਿਣਾ ਚਾਹੁੰਦੀ ਮੈਂ ਜਦੋਂ ਵੀ ਢਾਬਾ ਖੋਲੂਗੀ ਮੈਂ ਆਪਣੇ ਨਾਲ ਲੇਡੀਜ਼ ਲਾਉਂਗੀ, ਜਿਹੜੀਆਂ ਘਰੋਂ ਬਾਹਰ ਨਿਕਲਣੀਆਂ ਚਾਹਦੀਆਂ। ਜੈਂਟਸ ਨਹੀਂ ਕੋਈ ਵੀ ਹੋਊਗਾ, ਲੇਡੀਜ਼ ਕੰਮ ਕਰੂਗੀਆਂ। ਮੇਰੇ ਹੈਗੀਆਂ ਮੇਰੀਆਂ 2-3 ਫਰੈਂਡਾਂ ਇਦਾਂ ਦੀਆਂ ਜਿਹੜੀਆਂ ਉਹ ਵੀ ਬਾਹਰ ਨਿਕਲਣਾ ਚਾਹਦੀਆਂ ਆ, ਮੈਂ ਉਹਨਾਂ ਨੂੰ ਨਾਲ ਰੱਖੂਗੀ ਆਪਣੇ। ਅਸੀਂ ਫਿਰ ਜਾਂ ਮਨਿੰਦਰ ਦਾ ਢਾਬਾ ਹੋਊਗਾ ਜਾਂ ਭੈਣਾਂ ਦਾ ਢਾਬਾ ਹੋਊਗਾ। ਹੋਣਾ ਮਤਲਬ ਲੇਡੀਜ਼ ਦੇ ਲਈ ਹੈ, ਔਰਤਾਂ ਦੇ ਹੀ ਹੋਊਗਾ। ਔਰਤਾਂ ਦੇ ਜਿਹੜੇ ਲੋਕ ਕਹਿੰਦੇ ਲੇਡੀਜ਼ ਬੰਦਿਆਂ 'ਚ ਜਾਂਦੀਆਂ ਇਦਾਂ ਜਾਂਦੀਆਂ, ਫਿਰ ਉਹ ਤਾਂ ਉਹਨਾਂ ਨੂੰ ਜਵਾਬ ਦੇਣਾ ਆ ਕਿ ਲੇਡੀਜ਼ ਇਕੱਲੀਆਂ ਘਰ 'ਚ ਨਹੀਂ ਰਹਿ ਸਕਦੀਆਂ, ਬਾਹਰ ਵੀ ਨਿਕਲ ਸਕਦੀਆਂ, ਆਪਣੇ ਬਲਬੂਤੇ ਤੇ ਕਰ ਸਕਦੀਆਂ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਬਹੁਤ ਬਹੁਤ ਸਾਰੀਆਂ ਦੁਆਵਾਂ।